ਆਪਣਾ ਖੁਦ ਦਾ ਮਾਣ ਸਨਮਾਨ ਹੋਵੇ ਅਤੇ ਘਰ ਦੀ ਆਰਥਿਕ ਸਥਿਤੀ ਵਿੱਚ ਹਿੱਸਾ ਹੋਵੇ। ਇਹ ਸੋਚ ਕੇ ਇੱਕ 10 ਸਾਲ ਦਾ ਬੱਚਾ ਅਖਬਾਰ ਵੇਚਣ ਲੱਗਿਆ, ਜੋ ਕਿ ਅੱਗੇ ਜਾ ਕੇ ਭਾਰਤ ਦਾ ਸਭ ਤੋਂ ਪਹਿਲਾ ਬੈਚਲਰ ਪ੍ਰੈਜ਼ੀਡੈਂਟ ਬਣਿਆ। ਸ਼ਾਇਦ ਹੁਣ ਉਹਨਾਂ ਦੇ ਬਾਰੇ ਵਿੱਚ ਦੱਸਣ ਦੀ ਜ਼ਰੂਰਤ ਨਹੀਂ, ਜਦੋਂ ਕਿ ਤੁਸੀਂ ਸਾਰੇ ਆਪ ਹੀ ਸਮਝ ਗਏ ਹੋਣੇ ਕਿ ਅਸੀਂ ਗੱਲ ਕਰ ਰਹੇ ਹਾਂ ਦੁਨੀਆ ਦੇ ਮਹਾਨ ਮਿਸਾਲ ਸਾਇੰਸਦਾਨ APJ ਅਬਦੁਲ ਕਲਾਮ ਜੀ ਦੀ, ਜਿਨ੍ਹਾਂ ਦੀ ਕਹੀ ਹੋਈ ਹਰ ਇੱਕ ਗੱਲ ਦੁਨੀਆ ਲਈ ਸਿੱਖਿਆਦਾਇਕ ਹੈ। ਪਰੰਤੂ ਪ੍ਰੈਜ਼ੀਡੈਂਟ ਬਣਨ ਦਾ ਇਹ ਰਸਤਾ ਇੰਨਾ ਆਸਾਨ ਨਹੀਂ ਸੀ। ਇੱਕ ਮੁਸਲਮਾਨ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰੰਤੂ ਇਹਨਾਂ ਮੁਸ਼ਕਲਾਂ ਵਿੱਚ ਉਹਨਾਂ ਨੇ ਆਪਣੀ ਮਿਹਨਤ ਦੇ ਖੰਭ ਖਿਲਾਰ ਕੇ ਦੁਨੀਆ ਨੂੰ ਕਾਮਯਾਬੀ ਦੀ ਉਡਾਰੀ ਭਰ ਕੇ ਦਿਖਾਈ। ਸਿਰਫ ਕਾਮਯਾਬੀ ਦੀ ਉਡਾਨ ਹੀ ਨਹੀਂ, ਬਲਕਿ ਭਾਰਤ ਦੀਆਂ ਕਈ ਮਿਜ਼ਾਈਲਾਂ ਅਤੇ ਪ੍ਰੋਜੈਕਟਾਂ ਦੀਆਂ ਉਡਾਨਾਂ ਦਾ ਵੀ ਉਹ ਕਾਰਨ ਬਣੇ। ਕਿਵੇਂ ਉਹਨਾਂ ਨੇ ਇਹਨਾਂ ਸਾਰੇ ਹਾਲਾਤਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਕਿਵੇਂ ਲੋਕ ਉਹਨਾਂ ਨੂੰ ਇੰਡੀਆ ਦਾ ਮਿਸਾਈਲ ਮੈਨ ਕਹਿ ਕੇ ਬੁਲਾਉਣ ਲੱਗੇ, ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਅਤੇ ਡਾਕਟਰ APJ ਅਬਦੁਲ ਕਲਾਮ ਜੀ ਦੀ ਸਾਰੀ ਜ਼ਿੰਦਗੀ ਦੇ ਕੁਝ ਰੌਚਕ ਤੱਥ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਅੱਜ ਦਾ ਸਾਡਾ ਵਿਸ਼ਾ ਹੈ ਬਾਇਓਗ੍ਰਾਫੀ ਆਫ ਡਾਕਟਰ APJ ਅਬਦੁਲ ਕਲਾਮ। If you want to shine like sun, first burn like sun। ਦੁਨੀਆ ਨੂੰ ਇਹ ਸਿਖਾਉਣ ਵਾਲੇ ਸੂਰਜ ਦਾ ਜਨਮ 15 ਅਕਤੂਬਰ 1931 ਨੂੰ ਰਮੇਸ਼ ਵਰਮ ਦੇ ਇੱਕ ਤਾਮਿਲ ਮੁਸਲਮਾਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਜੈਨੂਲ ਅਬਦੀਨ ਜੀ ਦਾ ਕਿੱਤਾ ਕਿਸ਼ਤੀ ਚਲਾਉਣਾ ਸੀ, ਜੋ ਹਿੰਦੂ ਤੀਰਥ ਯਾਤਰੀਆਂ ਨੂੰ ਰਮੇਸ਼ ਵਰਮ ਦੀ ਸੈਰ ਕਰਵਾਉਂਦੇ ਸਨ। ਉਹਨਾਂ ਦੀ ਮਾਂ ਅਸ਼ੀਅਮਾ ਇੱਕ ਘਰੇਲੂ ਔਰਤ ਸੀ। ਉਹਨਾਂ ਦਾ ਘਰ ਛੋਟਾ ਸੀ, ਪਰੰਤੂ ਪਰਿਵਾਰ ਬਹੁਤ ਵੱਡਾ ਸੀ। ਘਰ ਵਿੱਚ 4 ਭਾਈ ਅਤੇ ਇੱਕ ਭੈਣ ਸੀ। ਡਾਕਟਰ ਅਬਦੁਲ ਕਲਾਮ ਸਭ ਤੋਂ ਛੋਟੇ ਸਨ। ਕਿਉਂਕਿ ਪਰਿਵਾਰ ਬਹੁਤ ਵੱਡਾ ਸੀ, ਇਸ ਕਰਕੇ ਘਰ ਵਿੱਚ ਪੈਸੇ ਦੀ ਸਮੱਸਿਆ ਆਉਂਦੀ ਰਹਿੰਦੀ ਸੀ। ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਉਹਨਾਂ ਨੇ ਕੁਝ ਪੈਸਾ ਕਮਾਉਣ ਬਾਰੇ ਸੋਚਿਆ। ਇਸ ਕਰਕੇ ਉਹਨਾਂ ਨੇ ਸਿਰਫ 10 ਸਾਲ ਦੀ ਉਮਰ ਵਿੱਚ ਅਖਬਾਰ ਵੇਚਣਾ ਸ਼ੁਰੂ ਕਰ ਦਿੱਤਾ ਸੀ। ਪਰੰਤੂ ਕੀ ਸਿਰਫ ਇਹ ਇੱਕ ਹੀ ਕਾਰਨ ਸੀ ਇਹ ਕੰਮ ਕਰਨ ਦਾ? ਨਹੀਂ, ਉਹਨਾਂ ਨੇ ਇਹ ਕੰਮ ਬਹੁਤ ਸੋਚ ਸਮਝ ਕੇ ਚੁਣਿਆ ਸੀ। ਬਚਪਨ ਤੋਂ ਹੀ ਉਹਨਾਂ ਨੂੰ ਗਿਆਨ ਇਕੱਠਾ ਕਰਨ ਦਾ ਬਹੁਤ ਸ਼ੌਂਕ ਰਹਿੰਦਾ ਸੀ। ਇਸ ਲਈ ਕੋਈ ਵੀ ਅਖਬਾਰ ਵੇਚਣ ਤੋਂ ਪਹਿਲਾਂ ਉਹ ਉਸ ਅਖਬਾਰ ਨੂੰ ਪੂਰੀ ਤਰ੍ਹਾਂ ਪੜ੍ਹ ਲੈਂਦੇ ਸਨ। ਨੌਲੇਜ ਇਕੱਠੀ ਕਰਨ ਦਾ ਇਹ ਰਸਤਾ ਹਮੇਸ਼ਾ ਇੰਨਾ ਆਸਾਨ ਨਹੀਂ ਰਿਹਾ। ਇੱਕ ਗਰੀਬ ਮੁਸਲਮਾਨ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਉਹਨਾਂ ਨੂੰ ਹਮੇਸ਼ਾ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਵਿੱਚੋਂ ਇੱਕ ਮੁਸ਼ਕਲ ਉਹਨਾਂ ਦੇ ਬਚਪਨ ਦੀ ਹੈ, ਜਦੋਂ ਉਹ 5ਵੀਂ ਜਮਾਤ ਵਿੱਚ ਆਪਣੇ ਪਿਆਰੇ ਦੋਸਤ ਰਾਮਨਾਥ ਸ਼ਾਸਤਰੀ, ਜੋ ਕਿ ਇੱਕ ਰਜਵਾੜੇ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਸੀ, ਉਸ ਦੇ ਨਾਲ ਜਮਾਤ ਵਿੱਚ ਪਹਿਲੇ ਬੈਂਚ ਤੇ ਬੈਠਦੇ ਹੁੰਦੇ ਸਨ। ਇੱਕ ਦਿਨ ਉਹਨਾਂ ਦੇ ਸਕੂਲ ਵਿੱਚ ਇੱਕ ਨਵਾਂ ਅਧਿਆਪਕ ਆਇਆ। ਉਹ ਇੱਕ ਬ੍ਰਾਹਮਣ ਅਤੇ ਮੁਸਲਮਾਨ ਨੂੰ ਇਕੱਠੇ ਬੈਠੇ ਦੇਖ ਕੇ ਬਹੁਤ ਹੈਰਾਨ ਹੋ ਗਿਆ। ਜਦੋਂ ਉਸ ਨੂੰ ਇਹਨਾਂ ਦੋਨਾਂ ਦਾ ਇਕੱਠਾ ਬੈਠਣਾ ਪਸੰਦ ਨਹੀਂ ਆਇਆ ਤਾਂ ਉਸਨੇ ਕਲਾਮ ਜੀ ਨੂੰ ਆਖਰੀ ਬੈਂਚ ਉੱਤੇ ਬਿਠਾ ਦਿੱਤਾ। ਪਰੰਤੂ ਕੀ ਉਸ ਆਖਰੀ ਬੈਂਚ ਉੱਤੇ ਬੈਠਣਾ ਉਹਨਾਂ ਨੂੰ ਜ਼ਿੰਦਗੀ ਵਿੱਚ ਪਿੱਛੇ ਛੱਡਣ ਵਾਲਾ ਸੀ? ਨਹੀਂ, ਕਿਉਂਕਿ ਉਹਨਾਂ ਨੇ ਇਹ ਨਿਸ਼ਚਿਤ ਕਰ ਲਿਆ ਸੀ ਕਿ ਆਖਰੀ ਬੈਂਚ ਤੇ ਬੈਠ ਕੇ ਉਹ ਦੁਨੀਆ ਨੂੰ ਬਦਲ ਕੇ ਦਿਖਾਉਣਗੇ। ਅਤੇ ਸ਼ਾਇਦ ਇਸ ਲਈ ਉਹ ਹਮੇਸ਼ਾ ਕਹਿੰਦੇ ਸਨ, "The best brains of the nation may be found on the last benches of the classroom"। ਅਤੇ ਇਸ ਤਰ੍ਹਾਂ ਦੇ ਕਈ ਸਿੱਖਿਆਦਾਇਕ ਪਾਠ ਅਬਦੁਲ ਕਲਾਮ ਜੀ ਨੇ ਜਿਉਂਦੇ ਜੀ ਸਿੱਖ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਬਣਾ ਕੇ ਛੱਡ ਗਏ। ਉਹਨਾਂ ਦੀ ਜ਼ਿੰਦਗੀ ਦੇ ਇਹ ਪਾਠ ਅਤੇ 2020 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਦਾ ਸੁਪਨਾ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਭੁੱਲ ਰਹੀਆਂ ਹਨ। ਜਰਾ ਸੋਚੋ, ਇੱਕ ਇਹੋ ਜਿਹਾ ਇਨਸਾਨ ਜਿਸ ਦੇ ਕੋਲ ਗਿਆਨ ਦੀ ਇੰਨੀ ਅਮੀਰੀ ਸੀ, ਜੇਕਰ ਉਸ ਦੇ ਦਿੱਤੇ ਪਾਠਾਂ ਨੂੰ ਤੁਸੀਂ ਭੁੱਲ ਗਏ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿੰਨੇ ਪਿੱਛੇ ਜਾ ਰਹੇ ਹੋ। ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਅਬਦੁਲ ਕਲਾਮ ਜੀ ਦੇ ਜੀਵਨ ਦੀ ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ। ਜਮਾਤ ਦੇ ਉਸ ਆਖਰੀ ਬੈਂਚ ਤੇ ਬੈਠ ਕੇ ਹੀ ਅਬਦੁਲ ਕਲਾਮ ਜੀ ਨੇ ਆਪਣਾ ਇੱਕ ਗੋਲ ਬਣਾਇਆ ਸੀ, ਫਾਈਟਰ ਪਾਇਲਟ ਬਣਨ ਦਾ ਗੋਲ। ਅਤੇ ਇਹ ਗੋਲ ਬਣਿਆ ਸੀ ਉਹਨਾਂ ਦੇ ਇੱਕ ਅਧਿਆਪਕ ਕਰਕੇ। ਇੱਕ ਦਿਨ ਉਹਨਾਂ ਦੇ ਅਧਿਆਪਕ
ਸਿਵਾ ਸੁਬਰਮਨ ਆਇਰ ਉਹਨਾਂ ਨੂੰ ਜਮਾਤ ਵਿੱਚ ਚਿੜੀ ਕਿਵੇਂ ਉੱਡਦੀ ਹੈ ਇਹ ਸਿਖਾ ਰਹੇ ਸਨ। ਪੂਰੇ 25 ਮਿੰਟ ਸਮਝਾਉਣ ਤੋਂ ਬਾਅਦ ਵੀ ਕਿਸੇ ਦੇ ਪੱਲੇ ਕੁਝ ਨਹੀਂ ਪਿਆ। ਫਿਰ ਅਧਿਆਪਕ ਜੀ ਨੇ ਇੱਕ ਨਵਾਂ ਤਰੀਕਾ ਲੱਭਿਆ ਕਿ ਜੇ ਕਿਸੇ ਨੂੰ ਥਿਊਰੀ ਸਮਝ ਨਾ ਆਵੇ ਤਾਂ ਉਸ ਨੂੰ ਪ੍ਰੈਕਟੀਕਲ ਕਰਕੇ ਸਮਝਾਉਣਾ ਚਾਹੀਦਾ ਹੈ। ਇਹ ਹੀ ਸੀ ਇਸ ਮੁਸ਼ਕਲ ਦਾ ਹੱਲ। ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਅਧਿਆਪਕ ਜੀ ਸਾਰੇ ਬੱਚਿਆਂ ਨੂੰ ਇੱਕ ਸਮੁੰਦਰ ਦੇ ਕਿਨਾਰੇ ਲੈ ਗਏ, ਜਿੱਥੇ ਉੱਡਦੇ ਹੋਏ ਪੰਛੀਆਂ ਨੂੰ ਦਿਖਾ ਕੇ ਉਹਨਾਂ ਨੇ ਬੱਚਿਆਂ ਨੂੰ ਪੰਛੀਆਂ ਦੀ ਪੂੰਛ ਦੇ ਸਾਈਜ਼ ਤੋਂ ਲੈ ਕੇ ਉਹਨਾਂ ਦੇ ਖੰਭਾਂ ਦੇ ਆਕਾਰ ਤੱਕ ਸਭ ਕੁਝ ਸਮਝਾਇਆ। ਚਿੜੀਆਂ ਦੀ ਉਡਾਰੀ ਕਲਾਮ ਜੀ ਦੇ ਦਿਮਾਗ ਵਿੱਚ ਇੰਨੀ ਗਹਿਰਾਈ ਨਾਲ ਬੈਠ ਗਈ ਕਿ ਜਿਸ ਕਰਕੇ ਉਹਨਾਂ ਨੇ ਇਹ ਨਿਸ਼ਚਿਤ ਕਰ ਲਿਆ ਕਿ ਵੱਡੇ ਹੋ ਕੇ ਉਹ ਫਾਈਟਰ ਪਾਇਲਟ 1 ਵਰਗਾ ਕੋਈ ਵੱਡਾ ਗੋਲ ਹਾਸਲ ਕਰਨਗੇ। ਉਹਨਾਂ ਦਾ ਕਹਿਣਾ ਸੀ ਕਿ ਸਮਾਲ ਏਮ ਇਜ਼ ਏ ਕ੍ਰਾਈਮ, ਹੈਵ ਏ ਗ੍ਰੇਟ ਏਮ। ਪਰੰਤੂ ਆਪਣਾ ਇਹ ਗੋਲ ਪੂਰਾ ਕਰਨ ਵੇਲੇ ਉਹ ਹਾਰ ਗਏ। ਫਿਰ ਇਹ ਹੋਇਆ ਕਿ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਨੇ 1955 ਵਿੱਚ ਮਦਰਾਸ ਦੇ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਐਰੋਸਪੇਸ ਇੰਜੀਨੀਅਰਿੰਗ ਵਿੱਚ ਐਡਮਿਸ਼ਨ ਲਈ। ਹੁਣ ਇੰਜੀਨੀਅਰਿੰਗ ਦੀ ਪੜ੍ਹਾਈ ਸੀ ਤਾਂ ਪ੍ਰੋਜੈਕਟ ਵਰਕ ਤਾਂ ਮਿਲਣਾ ਹੀ ਸੀ। ਉਹਨਾਂ ਨੂੰ ਲੋ ਲੈਵਲ ਅਟੈਕ 에ਅਰਕ੍ਰਾਫਟ ਬਣਾਉਣ ਦਾ ਪ੍ਰੋਜੈਕਟ ਮਿਲਿਆ। ਪਰੰਤੂ ਸਬ ਮਿਸ਼ਨ ਦੇ ਦਿਨ ਜਦੋਂ ਉਹਨਾਂ ਨੇ ਆਪਣਾ ਪ੍ਰੋਜੈਕਟ ਸਬਮਿਟ ਕਰਵਾਇਆ ਤਾਂ ਪ੍ਰੋਫੈਸਰ ਨੂੰ ਉਹਨਾਂ ਦਾ ਇਹ ਪ੍ਰੋਜੈਕਟ ਪਸੰਦ ਨਹੀਂ ਆਇਆ ਅਤੇ ਉਹਨਾਂ ਨੂੰ ਇੱਕ ਨਵਾਂ ਪ੍ਰੋਜੈਕਟ ਬਣਾਉਣ ਲਈ ਕਿਹਾ। ਹੁਣ ਜੇ ਨਵਾਂ ਮਾਡਲ ਬਣਾਉਣਾ ਹੋਵੇ ਤਾਂ ਘੱਟੋ ਘੱਟ 1 ਮਹੀਨੇ ਦਾ ਸਮਾਂ ਤਾਂ ਲੱਗਦਾ ਹੀ ਹੈ। ਕਲਾਮ ਜੀ ਨੇ ਪ੍ਰੋਫੈਸਰ ਤੋਂ 1 ਮਹੀਨੇ ਦਾ ਸਮਾਂ ਮੰਗਿਆ, ਪਰੰਤੂ ਕੀ ਅੱਜ ਤੱਕ ਕਿਸੇ ਵੀ ਟੀਚਰ ਨੇ 1 ਮਹੀਨੇ ਦਾ ਸਮਾਂ ਦਿੱਤਾ ਹੈ? ਉਹਨਾਂ ਦੇ ਪ੍ਰੋਫੈਸਰ ਨੇ ਇੰਨਾ ਸਮਾਂ ਦੇਣ ਲਈ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਸਿਰਫ ਤੇਰੇ ਕੋਲ 3 ਦਿਨ ਹਨ ਤੇ ਮੈਨੂੰ ਮਾਡਲ ਬਣਾ ਕੇ ਦਿਓ, ਨਹੀਂ ਤਾਂ ਆਪਣੀ ਸਕਾਲਰਸ਼ਿਪ ਭੁੱਲ ਜਾਓ। ਇਹ ਸੁਣਦਿਆਂ ਹੀ ਕਲਾਮ ਜੀ ਦੇ ਹੋਸ਼ ਉੱਡ ਗਏ ਕਿ ਇੰਨੇ ਘੱਟ ਸਮੇਂ ਵਿੱਚ ਮਾਡਲ ਤਿਆਰ ਕਰਨਾ ਕਲਾਮ ਜੀ ਨੂੰ ਅੱਗੇ ਵਧਣ ਤੋਂ ਰੋਕਣ ਵਾਲਾ ਸੀ? ਨਹੀਂ। ਸਕਾਲਰਸ਼ਿਪ ਨਾ ਮਿਲਣ ਦੇ ਡਰ ਕਰਕੇ ਕਲਾਮ ਜੀ ਨੇ ਲਗਾਤਾਰ ਦਿਨ ਰਾਤ ਇੰਨੀ ਮਿਹਨਤ ਕੀਤੀ ਕਿ ਜਦੋਂ 3 ਦਿਨਾਂ ਬਾਅਦ ਉਹਨਾਂ ਨੇ ਇਹ ਮਾਡਲ ਪੇਸ਼ ਕੀਤਾ ਤਾਂ ਪ੍ਰੋਫੈਸਰ ਇਹ ਮਾਡਲ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਦੇ ਪ੍ਰੋਫੈਸਰ ਨੇ ਕਲਾਮ ਜੀ ਨੂੰ ਇੱਕ ਗੱਲ ਕਹੀ, ਮੈਨੂੰ ਪਤਾ ਸੀ 3 ਦਿਨਾਂ ਵਿੱਚ ਇਹ ਮਾਡਲ ਬਣਾਉਣਾ ਸੌਖਾ ਨਹੀਂ ਹੈ, ਪਰੰਤੂ ਸਕਾਲਰਸ਼ਿਪ ਨਾ ਮਿਲਣ ਦੇ ਜਨੂੰਨ ਕਰਕੇ ਤੂੰ ਇਹ ਮਾਡਲ ਸਿਰਫ 3 ਦਿਨਾਂ ਵਿੱਚ ਬਣਾ ਦਿੱਤਾ। ਇਸ ਘਟਨਾ ਤੋਂ ਬਾਅਦ ਕਲਾਮ ਜੀ ਨੂੰ ਇੱਕ ਗੱਲ ਸਮਝ ਆ ਗਈ, ਟੂ ਸਕਸੈਸ ਇਨ ਯੂਅਰ ਮਿਸ਼ਨ ਯੂ ਮਸਟ ਹੈਵ ਸਿੰਗਲ ਮਾਈਂਡ ਡਿਵੋਸ਼ਨ ਟੂ ਯੂਅਰ ਗੋਲ। ਆਖਿਰ ਆਪਣੀ ਇੰਜੀਨੀਅਰਿੰਗ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਆਪਣਾ ਸੁਪਨਾ ਪੂਰਾ ਕਰਨ ਦਾ ਇੱਕ ਮੌਕਾ ਇੰਟਰਵਿਊ ਦੇ ਰੂਪ ਵਿੱਚ ਮਿਲਿਆ। ਇਹ ਇੰਟਰਵਿਊ ਇੰਡੀਅਨ 에ਅਰ ਫੋਰਸ ਆਫ ਦੇਹਰਾਦੂਨ ਵਿੱਚ ਸੀ। ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਉਹਨਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ, ਕਿਉਂਕਿ ਇਸ ਇੰਟਰਵਿਊ ਵਿੱਚ 25 ਜਾਣਿਆਂ ਵਿੱਚੋਂ ਸਿਰਫ 8 ਨੂੰ ਹੀ ਚੁਣਿਆ ਗਿਆ। ਅਤੇ ਪਤਾ ਹੈ ਕਲਾਮ ਜੀ ਕਿਹੜੀ ਪੋਜੀਸ਼ਨ ਤੇ ਸੀ? 9ਵੀਂ ਪੋਜੀਸ਼ਨ ਤੇ। ਸਿਰਫ ਇੱਕ ਪੋਜੀਸ਼ਨ ਪਿੱਛੇ ਕਲਾਮ ਜੀ ਦਾ ਇਹ ਸੁਪਨਾ ਹੀ ਰਹਿ ਗਿਆ। ਪਰੰਤੂ ਇਹ ਘਟਨਾ ਉਹਨਾਂ ਲਈ ਬਹੁਤ ਵੱਡੀ ਸਿੱਖਿਆ ਸੀ। ਇਸ ਘਟਨਾ ਨੂੰ ਕਲਾਮ ਜੀ ਨੇ ਮਾਈ ਜਰਨੀ ਟਰਾਂਸਫਾਰਮਿੰਗ ਡ੍ਰੀਮਸ ਇਨਟੂ ਐਕਸ਼ਨ ਇਸ ਆਟੋਬਾਇਓਗ੍ਰਾਫੀ ਵਿੱਚ ਲਿਖਿਆ ਹੈ। ਇਸ ਦੀ ਸਿੱਖਿਆ ਵਿੱਚ ਉਹ ਕਹਿੰਦੇ ਹਨ, ਇਟ ਇਜ਼ ਓਨਲੀ ਵੈਨ we are faced with failure do we realize that these resources were always there within us. We only need to find them and move on with our lives. ਭਾਵੇਂ ਉਹ ਆਪਣੀ ਨਿੱਜੀ ਉਡਾਨ ਭਰਨ ਵਿੱਚ ਪਿੱਛੇ ਰਹਿ ਗਏ ਸੀ, ਪਰੰਤੂ ਆਪਣੇ ਮਨ ਮੰਤਰ ਕਰਕੇ ਉਹ ਪੂਰੇ ਭਾਰਤ ਨੂੰ ਸਫਲਤਾ ਦੀ ਉਡਾਨ ਦੇਣ ਵਾਲੇ ਸਨ। ਜਦੋਂ ਉਹਨਾਂ ਦਾ ਇੰਡੀਅਨ 에ਅਰ ਫੋਰਸ ਵਿੱਚ ਨਾਮ ਨਹੀਂ ਆਇਆ ਤਾਂ ਉਹਨਾਂ ਨੇ 1958 ਵਿੱਚ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਨੂੰ ਜੁਆਇਨ ਕਰ ਲਿਆ। ਇਸ ਨੂੰ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਵਿਕਰਮ ਸਾਰਾਭਾਈ ਜੀ ਦੇ ਰਿਸਰਚ ਇਨਕੁਬਾਰ ਕਮੇਟੀ ਵਿੱਚ ਪ੍ਰਮੋਟ ਕਰ ਦਿੱਤਾ ਗਿਆ, ਜਿੱਥੇ ਉਹਨਾਂ ਦਾ ਪਹਿਲਾ ਮਿਸ਼ਨ ਸੀ ਇੰਡੀਆ ਦੇ ਪਹਿਲੇ ਰਾਕਟ ਦੀ ਉਡਾਨ ਭਰਨਾ, ਕਿਉਂਕਿ ਉਹਨਾਂ ਦਾ ਮੰਨਣਾ ਸੀ The country does not deserve anything less than success from us. ਵੈਸੇ ਤਾਂ ਇਹ ਰਾਕਟ ਕੇਰਲਾ ਦੇ ਥੁੰਬਾ ਵਿਲੇਜ ਤੋਂ ਲਾਂਚ ਹੋਣ ਵਾਲਾ ਸੀ,
ਇੱਕ ਸ਼ੁਰੂਆਤ ਹੋਣ ਕਰਕੇ ਇਨਕੋਬਰਾਰ ਕੋਲ ਨਾ ਹੀ ਤਾਂ ਕੋਈ ਵਰਕਸ਼ਾਪ ਸੀ ਅਤੇ ਨਾ ਹੀ ਕੋਈ ਰਿਸਰਚ ਫੈਸਿਲਿਟੀਜ਼ ਸੀ। ਇਸ ਸਮੇਂ ਅਬਦੁਲ ਕਲਾਮ ਜੀ ਨੇ ਕਿਹਾ, ਵੀ ਸ਼ੁੱਡ ਨਾਟ ਗਿਵ ਅਪ ਐਂਡ ਵੀ ਸ਼ੁੱਡ ਨਾਟ ਅਲੋ ਦਾ ਪ੍ਰੋਬਲਮ ਟੂ ਡਿਫੀਟ ਅਸ। ਤੇ ਫਿਰ ਕੀ ਸੀ ਕਿ ਉਹਨਾਂ ਨੇ ਥੁੰਬਾ ਵਿਲੇਜ ਦੀ ਇੱਕ ਪੁਰਾਣੀ ਚਰਚ ਨੂੰ ਵਰਕਸ਼ਾਪ ਬਣਾ ਲਿਆ ਅਤੇ ਉਸੇ ਚਰਚ ਦੇ ਪਾਦਰੀ ਦੇ ਘਰ ਨੂੰ ਆਪਣਾ ਆਫਿਸ ਬਣਾ ਲਿਆ। ਇੱਥੇ ਕਿਵੇਂ ਨਾ ਕਿਵੇਂ ਉਹਨਾਂ ਨੇ ਇਸ ਰਾਕਟ ਨੂੰ ਬਣਾ ਲਿਆ, ਪਰੰਤੂ ਇੱਥੇ ਹੀ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਨਹੀਂ ਹੋਈਆਂ। ਰਾਕਟ ਦੇ ਪਾਰਟਸ ਨੂੰ ਆਪਣੀ ਲਾਂਚ ਫੀਲਡ ਤੱਕ ਲਿਜਾਣ ਲਈ ਉਹਨਾਂ ਕੋਲ ਕੋਈ ਸਾਧਨ ਨਹੀਂ ਸੀ, ਤਾਂ ਉਹਨਾਂ ਨੇ ਸਾਰੇ ਪਾਰਟਸ ਨੂੰ ਬੈਲ ਗੱਡੀ ਅਤੇ ਸਾਈਕਲ ਤੇ ਰੱਖ ਕੇ ਲਾਂਚ ਫੀਲਡ ਤੱਕ ਪਹੁੰਚਾਇਆ। ਇੰਨੀਆਂ ਮੁਸ਼ਕਲਾਂ ਹੋਣ ਤੋਂ ਬਾਅਦ ਇਸ ਰਾਕਟ ਨੂੰ 21 ਨਵੰਬਰ 1963 ਨੂੰ ਲਾਂਚ ਕੀਤਾ ਗਿਆ। ਇਸ ਰਾਕਟ ਨੂੰ ਲਾਂਚ ਕਰਕੇ ਇੰਡੀਆ ਨੇ ਸਪੇਸ ਦੀ ਤਰਫ ਆਪਣਾ ਪਹਿਲਾ ਕਦਮ ਰੱਖਿਆ, ਪਰੰਤੂ ਜਿਸ ਘਟਨਾ ਕਰਕੇ ਅਬਦੁਲ ਕਲਾਮ ਜੀ ਦਾ ਨਾਮ ਮਿਸਾਈਲ ਮੈਨ ਰੱਖਿਆ ਗਿਆ, ਉਹ ਕੋਈ ਸਫਲਤਾ ਨਹੀਂ ਸੀ, ਉਹ ਇੱਕ ਅਸਫਲਤਾ ਸੀ। ਸੰਨ 1969 ਵਿੱਚ ਕਲਾਮ ਜੀ ਆਈਸਰੋ ਵਿੱਚ ਪ੍ਰੋਜੈਕਟ ਡਾਇਰੈਕਟਰ ਆਫ ਇੰਡੀਆਜ਼ ਫਸਟ ਸੈਟੇਲਾਈਟ ਪ੍ਰੋਜੈਕਟ ਸੈਟੇਲਾਈਟ ਲਾਂਚ ਵਹੀਕਲ ਬਣੇ। 10 ਸਾਲ ਦੀ ਖੂਨ ਪਸੀਨੇ ਦੀ ਮਿਹਨਤ ਤੋਂ ਬਾਅਦ ਉਹਨਾਂ ਨੇ ਇਸ ਰਾਕਟ ਨੂੰ ਖੜਾ ਕੀਤਾ। ਇਸ ਪ੍ਰੋਜੈਕਟ ਦੇ ਸਮੇਂ 1976 ਵਿੱਚ ਕਲਾਮ ਜੀ ਦੇ ਪਿਤਾ ਜੀ ਦੀ ਮੌਤ ਹੋ ਗਈ। ਫਿਰ ਵੀ ਉਹ ਆਪਣੀ ਜ਼ਿੰਦਗੀ ਦੇ ਗੋਲ ਤੋਂ ਭਟਕੇ ਨਹੀਂ। ਉਹਨਾਂ ਨੇ ਇਸ ਪ੍ਰੋਜੈਕਟ ਨੂੰ ਨਿੱਜੀ ਜ਼ਿੰਦਗੀ ਤੋਂ ਉੱਪਰ ਰੱਖ ਕੇ ਪੂਰਾ ਕੀਤਾ। ਪਰੰਤੂ ਜਦੋਂ ਅਗਸਤ 1979 ਵਿੱਚ ਇਸ ਰਾਕਟ ਨੂੰ ਲਾਂਚ ਕੀਤਾ ਗਿਆ ਤਾਂ ਇਸ ਰਾਕਟ ਦੀ ਸਪੀਡ ਸਟੇਜ ਵਿੱਚ ਕੁਝ ਟੈਕਨੀਕਲ ਮੁਸ਼ਕਲਾਂ ਹੋਣ ਕਰਕੇ ਇਹ ਰਾਕਟ ਬੰਗਾਲ ਦੀ ਖਾੜੀ ਵਿੱਚ ਡਿੱਗ ਪਿਆ। ਹੁਣ ਜਦੋਂ ਇਹ ਪ੍ਰੋਜੈਕਟ ਫੇਲ ਹੋ ਗਿਆ ਸੀ ਤਾਂ ਸਾਰੇ ਲੋਕ ਉਹਨਾਂ ਉੱਤੇ ਪ੍ਰਸ਼ਨ ਉਠਾਉਣ ਲੱਗੇ। ਤਾਂ ਪ੍ਰੋਫੈਸਰ ਸਤਿਸ਼ ਧਵਨ, ਜੋ ਉਸ ਸਮੇਂ ਇਸਰੋ ਦੇ ਚੇਅਰਮੈਨ ਸਨ, ਉਹਨਾਂ ਨੇ ਇਸ ਅਸਫਲਤਾ ਦਾ ਸਾਰਾ ਸਿਹਰਾ ਆਪਣੇ ਸਿਰ ਲੈ ਲਿਆ। ਉਹਨਾਂ ਦੇ ਇਸ ਲੀਡਰਸ਼ਿਪ ਵਾਲੇ ਗੁਣਾਂ ਕਰਕੇ ਕਲਾਮ ਜੀ ਹਮੇਸ਼ਾ ਕਹਿੰਦੇ ਹਨ, ਲੀਡਰ ਮਸਟ ਹੈਵ ਵਿਜ਼ਨ ਐਂਡ ਪੈਸ਼ਨ ਐਂਡ ਨਾਟ ਬੀ ਅਫਰੇਡ ਆਫ ਐਨੀ ਪ੍ਰੋਬਲਮ। ਇਨਸਟੈਂਡ ਹੀ ਸ਼ੁੱਡ ਨੋ ਹਾਊ ਟੂ ਡਿਫੀਟ ਇਟ। ਮੋਸਟ ਇੰਪੋਰਟੈਂਟਲੀ ਹੀ ਮਸਟ ਵਰਕ ਵਿਦ ਇੰਟੀਗ੍ਰਿਟੀ। ਲੀਡਰ ਦੀ ਇਸ ਸਿੱਖਿਆ ਨੂੰ ਹਥੇਲੀ ਤੇ ਰੱਖ ਕੇ ਅਸਫਲਤਾ ਦੇ 1 ਸਾਲ ਬਾਅਦ ਉਹਨਾਂ ਨੇ ਪੋਲਰ ਸੈਟੇਲਾਈਟ ਲਾਂਚ ਵਹੀਕਲ ਅਤੇ SLV ਪ੍ਰੋਜੈਕਟ ਦਾ ਨਿਰਮਾਣ ਕੀਤਾ। ਅਖੀਰ 18 ਜੁਲਾਈ 1980 ਨੂੰ ਰੋਹਿਣੀ ਸੈਟੇਲਾਈਟ ਨੂੰ ਲਾਂਚ ਕੀਤਾ, ਜਿਸ ਨਾਲ ਇੰਡੀਆ ਦਾ ਸੁਪਰ ਐਕਸਕਲੂਸਿਵ ਕਲੱਬ ਆਫ ਸਪੇਸ ਫੇਅਰਿੰਗ ਨੇਸ਼ਨ ਦਾ 6ਵਾਂ ਮੈਂਬਰ ਬਣ ਗਿਆ। ਇਸ ਪ੍ਰੋਜੈਕਟ ਤੋਂ ਬਾਅਦ ਉਹਨਾਂ ਨੇ ਅਗਨੀ ਅਤੇ ਪ੍ਰਿਥਵੀ ਵਰਗੇ ਕਈ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ। ਉਹਨਾਂ ਨੂੰ 1981 ਵਿੱਚ ਪਦਮ ਭੂਸ਼ਣ ਅਤੇ 1990 ਵਿੱਚ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪਰੰਤੂ ਜਿਸ ਕੰਮ ਲਈ ਉਹਨਾਂ ਨੂੰ 1997 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ, ਉਹ ਸੀ ਪੋਥਰਨ। ਪੋਥਰਨ ਇੱਕ ਅਜਿਹਾ ਨਿਊਕਲੀਅਰ ਬੰਬ ਟੈਸਟਿੰਗ ਪ੍ਰੋਗਰਾਮ ਸੀ ਜਿਸ ਨਾਲ ਇੰਡੀਆ ਨੇ CIA ਦੇ ਸੈਟੇਲਾਈਟਸ ਨੂੰ ਉਲਝਾ ਕੇ ਇੰਡੀਆ ਦੇ ਨਿਊਕਲੀਅਰ ਬੰਬ ਨੂੰ ਟੈਸਟ ਕੀਤਾ। ਇਸ ਪ੍ਰੋਜੈਕਟ ਦੇ ਚੀਫ ਕੋਆਰਡੀਨੇਟਰ ਸੀ ਡਾਕਟਰ APJ ਅਬਦੁਲ ਕਲਾਮ, ਜਿਨ੍ਹਾਂ ਨੇ ਜਾਪਾਨ ਅਤੇ USA ਦੇ ਵਾਰਨਿੰਗ ਦੇਣ ਤੋਂ ਬਾਅਦ ਵੀ ਇਸ ਮਿਸ਼ਨ ਨੂੰ ਜਾਰੀ ਰੱਖਿਆ। 41 ਸਾਲ ਭਾਰਤ ਦੀ ਸੇਵਾ ਕਰਨ ਤੋਂ ਬਾਅਦ ਜਦੋਂ ਕਲਾਮ ਜੀ 1999 ਵਿੱਚ DRDO ਤੋਂ ਰਿਟਾਇਰ ਹੋਏ ਤਾਂ ਰਿਟਾਇਰ ਹੋਣ ਤੋਂ 3 ਸਾਲ ਬਾਅਦ ਹੀ ਉਹਨਾਂ ਨੂੰ ਭਾਰਤ ਦਾ ਪ੍ਰੈਜ਼ੀਡੈਂਟ ਬਣਨ ਦਾ ਪ੍ਰਪੋਜ਼ਲ ਆਇਆ। ਹੁਣ ਇਹ ਹੋਇਆ ਕਿਵੇਂ? ਚਲੋ ਮੈਂ ਤੁਹਾਨੂੰ ਦੱਸਦਾ ਹਾਂ। ਰਿਟਾਇਰ ਹੋਣ ਤੋਂ ਬਾਅਦ 2001 ਵਿੱਚ ਕਲਾਮ ਜੀ ਅੰਨਾ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗੇ। ਇੱਕ ਦਿਨ ਜਦੋਂ ਲੈਕਚਰ ਲੈਣ ਲਈ ਉਹ ਯੂਨੀਵਰਸਿਟੀ ਗਏ, ਉਹਨਾਂ ਨੂੰ ਇੱਕ ਕਾਲ ਆਈ ਜਿਸ ਵਿੱਚ ਕਿਹਾ ਗਿਆ ਕਿ ਇੰਡੀਆ ਦੇ ਪ੍ਰਾਈਮ ਮਿਨਿਸਟਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ। ਪਰ ਇਹ ਕਾਲ ਕੋਈ ਮਜ਼ਾਕ ਨਹੀਂ ਸੀ, ਕਿਉਂਕਿ ਕਾਲ 'ਤੇ ਉਹਨਾਂ ਨਾਲ ਗੱਲ ਕਰਨ ਵਾਲੇ ਵਿਅਕਤੀ ਸਨ ਅਟਲ ਬਿਹਾਰੀ ਵਾਜਪਾਈ, ਜਿਨ੍ਹਾਂ ਨੇ ਕਾਲ ਅਟੈਂਡ ਕਰਨ ਤੋਂ ਬਾਅਦ ਕਲਾਮ ਜੀ ਨੂੰ ਕਿਹਾ ਕਿ ਤੁਹਾਡੇ ਲਈ ਸਾਡੇ ਕੋਲ ਇੱਕ ਖਾਸ ਖਬਰ ਹੈ। ਸਾਨੂੰ ਇਹ ਲੱਗਦਾ ਹੈ ਕਿ ਭਾਰਤ ਨੂੰ ਤੁਹਾਡੇ ਵਰਗੇ ਰਾਸ਼ਟਰਪਤੀ ਦੀ ਸਖਤ ਜ਼ਰੂਰਤ ਹੈ। ਇਹ ਗੱਲ ਕਲਾਮ ਜੀ ਲਈ ਅਵਿਸ਼ਵਾਸਯੋਗ ਸੀ। ਇਸ ਗੱਲ ਦਾ ਜਵਾਬ ਦੇਣ ਲਈ ਉਹਨਾਂ ਨੇ ਵਾਜਪਾਈ ਜੀ ਨੂੰ ਕਿਹਾ ਕਿ ਮੈਨੂੰ 2 ਘੰਟਿਆਂ ਦਾ ਸਮਾਂ ਦਿੱਤਾ ਜਾਵੇ। ਇਹਨਾਂ 2 ਘੰਟਿਆਂ ਵਿੱਚ ਉਹਨਾਂ ਨੇ ਵਿਚਾਰ ਕੀਤਾ
ਇੰਡੀਆ ਨੂੰ 2020 ਤੱਕ ਵਿਕਸਿਤ ਕਰਨ ਦਾ। ਉਹ ਇੱਕ ਸੁਪਨਾ ਹਮੇਸ਼ਾ ਤੋਂ ਦੇਖ ਰਹੇ ਸਨ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਕੋਲ ਇਹ ਸੁਨਹਿਰੀ ਮੌਕਾ ਸੀ। ਫਿਰ 2 ਘੰਟਿਆਂ ਬਾਅਦ ਜੋ ਉਹਨਾਂ ਨੇ ਜਵਾਬ ਦਿੱਤਾ, ਇਸ ਕਰਕੇ ਉਹ 25 ਜੁਲਾਈ 2002 ਨੂੰ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ। ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਹਨਾਂ ਨੇ ਆਪਣੇ ਟੀਚਿੰਗ ਡ੍ਰੀਮ ਨੂੰ ਨਹੀਂ ਛੱਡਿਆ। ਉਹਨਾਂ ਨੂੰ ਜਦੋਂ ਵੀ ਸਮਾਂ ਮਿਲਦਾ ਉਹ ਬੱਚਿਆਂ ਨੂੰ ਪੜ੍ਹਾਉਣ ਚਲੇ ਜਾਂਦੇ। ਟੀਚਰਸ ਡੇ ਤੇ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਲੋਕ ਮੈਨੂੰ ਇੱਕ ਅਧਿਆਪਕ ਦੇ ਰੂਪ ਵਿੱਚ ਯਾਦ ਕਰਦੇ ਹਨ ਤਾਂ ਇਹ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੋਵੇਗਾ। ਉਹਨਾਂ ਨੂੰ ਟੀਚਿੰਗ ਪ੍ਰੋਫੈਸ਼ਨ ਨਾਲ ਇੰਨਾ ਪਿਆਰ ਸੀ ਕਿ ਆਖਰ ਤੱਕ ਉਹਨਾਂ ਨੇ ਇਸ ਪ੍ਰੋਫੈਸ਼ਨ ਦਾ ਹੱਥ ਨਹੀਂ ਛੱਡਿਆ। 27 ਜੁਲਾਈ 2015 ਨੂੰ ਜਦੋਂ ਹਾਰਟ ਅਟੈਕ ਕਰਕੇ ਉਹ ਡਿੱਗ ਪਏ ਸਨ, ਉਸ ਸਮੇਂ ਵੀ ਉਹ ਸ਼ਿਲਾਂਗ ਦੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਪੜ੍ਹਾਉਣ ਲਈ ਆਏ ਸਨ। ਇੰਨਾ ਹੀ ਨਹੀਂ, ਮਰਨ ਤੋਂ ਬਾਅਦ ਵੀ ਉਹਨਾਂ ਦੇ ਸੰਸਕਾਰ ਤੇ 3,50,000 ਤੋਂ ਜ਼ਿਆਦਾ ਲੋਕ ਆਏ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸਿਰਫ ਮਿਸਾਈਲ ਮੈਨ ਹੀ ਨਹੀਂ, ਪੀਪਲਸ ਪ੍ਰੈਜ਼ੀਡੈਂਟ, ਕਲਾਮ ਚਾਚਾ, ਇਹੋ ਜਿਹੇ ਕਈ ਰੂਪਾਂ ਵਿੱਚ ਭਾਰਤੀਆਂ ਦੇ ਦਿਲਾਂ ਵਿੱਚ ਵਸੇ ਹੋਏ ਸਨ। ਸੋ ਹੁਣ ਤੁਹਾਡੀ ਵਾਰੀ ਹੈ ਇਹ ਦੱਸਣ ਲਈ ਕਿ ਕਲਾਮ ਜੀ ਦੀ ਕਿਹੜੀ ਸਿੱਖਿਆ ਤੁਹਾਨੂੰ ਸਭ ਤੋਂ ਜ਼ਿਆਦਾ ਚੰਗੀ ਲੱਗੀ, ਜਿਸ ਨਾਲ ਤੁਹਾਡੀ ਲਾਈਫ ਚੇਂਜ ਹੋ ਗਈ। ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਡਾਕਟਰ APJ ਅਬਦੁਲ ਕਲਾਮ ਜੀ ਦੀ ਕਹਾਣੀ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ।